ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਜਿਨ੍ਹਾਂ ਦੇ ਮੋਬਾਈਲ ਔਨ ਨਾ ਉਹ ਆਫ ਕਰ ਲੈਣ ਤਾਂ ਕਿ ਬੇਰਸੀ ਨਾ ਹੋਵੇ। ਉਸ ਵੇਲੇ ਕੋਈ ਮੋਬਾਈਲ ਨਾ ਬੋਲੇ। 74 ਮਿੰਟ ਦੀ ਸਿਰਫ ਚੌਂਕੀ ਹੋਏਗੀ, ਸ਼ਬਦ ਚੌਂਕੀ। ਔਰ ਅੱਜ ਅਸੀਂ ਉਹ ਵਿਸ਼ਾ ਲੈ ਰਹੇ ਹਾਂ ਜੋ ਸਾਰੀ ਕੌਮ ਮਨਾ ਰਹੀ ਹੈ, ਜਿਹੜੀ ਸ਼ਹੀਦੀ ਗੁਰੂ ਘਰ 'ਚ ਪਹਿਲੀ ਸ਼ਹੀਦੀ ਹੋਈ। ਮਹਾਨ ਸ਼ਹੀਦ ਗੁਰੂ ਅਰਜਨ ਦੇਵ ਜੀ ਦੇ ਸਾਰੀ ਸਿੱਖੀ ਮਨਾ ਰਹੀ ਥਾਂ ਥਾਂ। ਤੋ ਸਾਨੂੰ ਵੀ ਹੁਕਮ ਹੋਇਆ ਵੀ ਅਸੀਂ ਵੀ ਕੁਛ ਜਿਹੜੀਆਂ ਵੀ ਹੁਣ ਸ਼ਬਦ ਚੌਂਕੀਆਂ ਗਾਂ ਲਾਵਾਂਗੇ ਉਹਨਾਂ 'ਚ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਲੈ ਲੈ ਕੇ ਅਸੀਂ ਉਹਨਾਂ ਦਾ ਜੀਵਨ ਸਾਫ਼ ਕਰਾਂਗੇ ਵੀ ਉਹਨਾਂ ਦੀ ਕਿੱਤੀ ਉੱਚੀ ਸਟੇਜ ਸੀ, ਉਹ ਕਿੱਦਾਂ ਦੇ ਸੀ। ਜਿਹੜੇ ਸਭ ਤੋਂ ਜ਼ਿਆਦਾ ਸ਼ਬਦ ਗੁਰੂ ਅਰਜਨ ਦੇਵ ਜੀ ਦੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ। ਔਰ ਕਹਾਣੀਆਂ ਝੂਠੀਆਂ ਹੈ ਸਾਰੀਆਂ, ਉਹਨਾਂ ਦੀ ਸ਼ਹਾਦਤ ਦੇ ਮੁਤਲਕ ਬਣਾਈਆਂ। ਕਹਾਣੀ ਉਹ ਸੱਚੀ ਜਿਹੜੀ ਬਾਣੀ 'ਚ ਹੋਵੇ, ਸਤਿਗੁਰ ਦੀ ਬਾਣੀ ਦੀ ਜੋ ਟੋਹ ਮਿਲੇ ਉਹ ਹਿਸਟਰੀ ਸੱਚੀ, ਉਹ ਕਹਾਣੀ ਸੱਚੀ। ਬਾਕੀ ਪਿਆਰ ਸਤਿਕਾਰ 'ਚ ਗੁਰੂਆਂ ਦੇ 'ਚ ਸਭ ਕੁਝ ਹੋ ਜਾਂਦਾ। ਔਰ 200-300 ਸਾਲ ਤੋਂ ਇਹ ਬਹੁਤ ਚੀਜ਼ ਚੱਲੀ ਹੈ ਵੀ ਗੁਰੂਆਂ ਦਾ ਜੀਵਨ ਉਹਨਾਂ ਦੇ ਸ਼ਬਦਾਂ ਦੇ ਨਾਲ ਨਹੀਂ ਨਿਖਾਰਦੇ ਵੀ ਜਿੱਦਾਂ ਦੇ ਉਹ ਸ਼ਬਦ ਦਿੰਦੇ ਨੇ ਉੱਦਾਂ ਦਾ ਉਹਨਾਂ ਦਾ ਜੀਵਨ ਸੀ। ਸ਼ਬਦ ਸਾਰੇ ਹੀ ਉਹਨਾਂ ਦੀ ਆਟੋਬਾਇਓਗ੍ਰਾਫੀ ਹੈ। ਉਹਨਾਂ ਨੇ ਆਪਣਾ ਜੀਵਨ ਆਪ ਦੱਸਿਆ। ਇਹ ਨਹੀਂ ਵੀ ਉਹ ਸ਼ਬਦ ਹੋਰ ਤਰ੍ਹਾਂ ਦੇ ਦੇਣ, ਉਹਨਾਂ ਦਾ ਜੀਵਨ ਕੋਈ ਹੋਰ ਹੋਵੇ। ਅਸੀਂ ਜਿੰਨੀਆਂ ਹੁਣ ਚੌਂਕੀਆਂ ਲਾਉਣੀਆਂ, ਜਿੰਨੇ ਸ਼ਬਦ ਅਸੀਂ ਮਹੱਲੇ ਪੰਜਵੇਂ ਦੇ ਲੈਣੇ ਹੈ। ਔਰ ਉਹ ਸ਼ਹੀਦ ਕਿਸ ਤਰ੍ਹਾਂ ਕਿਉਂ ਹੋਏ। ਦੂਸਰੀ ਵੱਡੀ ਸ਼ਹੀਦੀ ਇਹਨਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੋਈ। ਔਰ ਇਹ ਦੋ ਸ਼ਹੀਦੀਆਂ ਗੁਰੂ ਘਰ 'ਚ ਮਹਾਨ ਮੰਨੀਆਂ ਜਾਂਦੀਆਂ, ਪਰ ਇਹਨਾਂ ਦੇ ਜਿਹੜੇ ਕਾਜ਼ ਹੈ ਕਿਉਂ ਸ਼ਹੀਦ ਕੀਤੀ ਗਏ ਸਾਰਾ ਕਹਾਣੀਆਂ ਰਾਹੀਂ ਗਲਤ ਹੈ। ਜੋ ਸਿੱਖ ਕੌਮ ਤੱਕ ਅਸੀਂ ਚੀਜ਼ ਪਹੁੰਚਾਉਣਾ ਚਾਹੁੰਦੇ ਹਾਂ, ਅਸੀਂ ਇਸ 74 ਮਿੰਟ ਦੇ ਵਿੱਚ ਥੋੜ੍ਹਾ ਜਿਹਾ ਅਸੀਂ ਪ੍ਰੀਫੇਸ ਬੰਨ੍ਹ ਕੇ ਵੀ ਗੁਰੂ ਘਰ ਦੇ ਇਹ ਦੋ ਸ਼ਹੀਦੀਆਂ ਕਿਉਂ ਹੋਈਆਂ। ਔਰ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਦੱਸਣੀ ਹੈ ਉਹ ਅਸੀਂ ਅੰਦਰ 74 ਮਿੰਟ ਦੇ ਵਿੱਚ ਜਿਹੜੀ ਰਿਕਾਰਡ ਔਰ ਸਾਰੀ ਦੁਨੀਆ 'ਚ ਇੰਟਰਨੈਟ 'ਤੇ ਜਾਣੀ ਹੈ ਚੀਜ਼। ਇਸ ਕਰਕੇ ਨਾਲ ਦੇ ਸਾਥੀ ਜਿਨ੍ਹਾਂ ਨਾਲ ਵੀ ਮੇਰੇ ਪਿੱਛੇ ਬੈਠੇ ਹੈ, ਕੈਮਰੇ ਵੱਲ ਨਹੀਂ ਦੇਖਣਾ, ਕਿ ਸਾਰੀ ਦੁਨੀਆ 'ਚ ਇਹ ਚੀਜ਼ ਜਾਣੀ ਹੈ ਅੱਜ ਦੀ ਚੌਂਕੀ। ਔਰ ਅਭਿਆਸ ਵੇਲੇ ਸਾਰੇ ਵੇਲੇ ਪਿਆਰ ਨਾਲ ਸਾਰੇ ਜਿੰਨੇ ਕੁ ਅਸੀਂ ਹੈ ਰਲ ਕੇ ਸ਼ਬਦ ਦਾ ਜੋ ਗਿਆਨ ਹੈ ਉਹ ਸ਼ਬਦਾਂ ਨੂੰ ਸ਼ਬਦਾਂ ਨਾਲ ਖੋਲਾਂਗੇ, ਕਿਸੇ ਕਹਾਣੀ ਨਾਲ ਨਹੀਂ, ਕਿਸੇ ਹੋਰ ਚੀਜ਼ ਨਾਲ ਨਹੀਂ। ਇਸ ਕਰਕੇ 74 ਮਿੰਟ ਦੀ ਚੌਂਕੀ ਹੋਏਗੀ। ਔਰ ਉਹ ਅਸੀਂ ਉਹਦੇ ਵਿੱਚ ਬੇਨਤੀ ਇਹ ਹੋਈ ਹੈ ਵੀ ਕੋਈ ਮੋਬਾਈਲ ਨਾ ਵੱਜੇ। ਔਰ ਬਾਕੀ ਜਿੰਨੀ ਚੱਕਰ ਵੀ ਹੈ ਕੋਈ ਮੋਰੇ ਬੱਚਾ ਜਾਂ ਸਾਰੇ ਚੀਜ਼ ਨਾ ਬਿਠਾ ਲਓ। ਬੱਚੇ ਪਿੱਛੇ ਹੋ ਜਾਣ, ਗਿਆਨ ਸੁਣਨ ਵਾਲੇ ਸਿੰਘ ਅੱਗੇ ਆਉਣ ਤਾਂ ਕਿ ਸ਼ਬਦ ਸੁਰਤ ਦੀ ਖੇਡ ਬਣੀ ਰਹੇ। ਨਾ ਉਹ मरता ना हम डरिया, ना वो मरता ना हम डरिया, ना ओह बीन सै ना हम कड़िया, ना ओह मरता ना हम डरिया, ना
ओह बीन सै ना हम कड़िया ना ओह नेर धन ना हम भूखे ना ओह नेर धन ना हम भूखे ना उस दुख न हमको भूखे न उस दुख न हमको दुखे और न को मारन वारा अवर न को मारन वारा जियो हमारा जियो देनहारा जियो हमारा जियो देनहारा जियो हमारा। ਇੱਥੇ ਰਹਾਉ ਦਾ ਪ੍ਰਕਾਸ਼ ਦਿੱਤਾ ਮਹਾਰਾਜ ਨੇ ਸ਼ਬਦ 'ਚ। ਸ਼ਬਦ ਹੈ ਆਸਾ ਮਹੱਲਾ ਪੰਜਵਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਦੀ ਲੇਟੈਸਟ ਐਂਡ ਦੀ ਗ੍ਰੇਟੈਸਟ ਪੂਰਨ ਬ੍ਰਹਮ ਗਿਆਨ ਹੈ, ਉਹਦਾ ਪੇਜ ਹੈ 390 ਪੰਨਾ 390। ਔਰ ਇਹ ਸਾਰਾ ਸ਼ਬਦ ਅਸੀਂ ਸੰਗਤ 'ਚ ਰਲ ਕੇ ਸ਼ਬਦ ਦਾ ਅਦਬ ਰੱਖਦੇ ਹੋਏ ਜਿੱਦਾਂ ਲਿਖਿਆ ਹੈ ਅਖੀਰ ਤੋੜੇ ਦੀਆਂ ਤੁਕਾਂ ਤੱਕ ਸਾਰੀ ਸੰਗਤ ਨਾਲ ਰਲ ਕੇ ਅਸੀਂ ਗਾਵਾਂਗੇ। ਉੱਥੋਂ ਬਾਅਦ ਸੰਗਤ ਵਿੱਚ ਹੀ ਫਿਰ ਇਹਦਾ ਵਿਵੇਕ ਕਰਾਂਗੇ ਵੀ ਸ਼ਬਦ ਨੂੰ ਸ਼ਬਦ ਨਾਲ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ ਵੀ ਇਹ ਸ਼ਬਦ ਕੀ ਕਹਿ ਰਿਹਾ ਹੈ। ਔਰ ਸਾਰੇ ਮਹੱਲੇ ਨਾਲ ਸ਼ਬਦ ਜਿੰਨੇ ਗਾਂ ਆਉਣਗੇ ਉਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹੱਲੇ ਪੰਜਵੇਂ ਦੇ ਸ਼ਬਦ ਹੋਣਗੇ। ਇਸ ਕਰਕੇ ਅਸੀਂ ਸ਼ਹੀਦੀ ਗੁਰੂ ਅਰਜਨ ਦੇਵ ਜੀ 'ਤੇ ਪਹਿਲਾ ਸ਼ਬਦ ਲੈਂਦੇ ਹਾਂ। ਔਰ ਰਹਾਉ ਦੀ ਤੁਕ ਸਿਰਫ ਸਾਫ਼ ਕਰ ਦਈਏ ਕਿਉਂਕਿ ਰਹਾਉ ਦੀ ਜੋ ਤੁਕਾਂ ਹੁੰਦੀਆਂ ਹੈ, ਜਿੱਦਾਂ ਪਹੀਆ ਐਕਸਲ ਦੁਆਲੇ ਭਾਉਂਦਾ ਹੈ, ਇੱਦਾਂ ਸਾਰਾ ਸ਼ਬਦ ਰਹਾਉ ਦੇ ਦੁਆਲੇ ਭਾਉਂਦਾ ਹੈ। ਇਹਦੇ ਭਾਵ ਅਰਥ ਜੇ ਲਾਈਨ ਲਾਈਨ ਦੇ ਸਮਝਣੇ ਆ, ਅਸੀਂ ਬਾਰ-ਬਾਰ ਰਹਾਉ ਦੀ ਤੁਕ ਨੂੰ ਪੁੱਛਾਂਗੇ। ਇਸ ਕਰਕੇ ਸਾਰਾ ਸ਼ਬਦ ਰਹਾਉ ਲਈ ਲਿਖਿਆ ਹੁੰਦਾ। ਇਸ ਕਰਕੇ ਰਹਾਉ ਸਮਝ ਗਏ। ਥੋੜ੍ਹਾ ਜਿਹਾ ਅਸੀਂ ਰਹਾਉ ਨੂੰ ਦੇਖੀਏ ਧਿਆਨ ਨਾਲ। ਕਹਿੰਦਾ ਕੋਈ ਹੋਰ ਮਾਰਨ ਵਾਲਾ ਨਹੀਂ ਹੈ ਦੁਨੀਆ 'ਚ ਕਿਸੇ ਨੂੰ, ਔਰ ਨਾ ਕੋਈ ਮਾਰਨ ਵਾਲਾ। ਕੋਈ ਕਿਸੇ ਦੀ ਜਿੰਦ ਨਹੀਂ ਖਤਮ ਕਰ ਸਕਦਾ, ਨਾ ਕੋਈ ਮਾਰ ਸਕਦਾ ਹੈ। ਔਰ ਜੀਓ ਹਮਾਰਾ, ਜੀਓ ਦੇਨਹਾਰਾ, ਜੀਓ ਦੇ ਦੋਨਾਂ ਦੇ ਸਪੈਲਿੰਗਾਂ 'ਚ ਫਰਕ ਹੈ। ਜਿਹੜਾ ਅਖੀਰਲਾ ਜੀਓ ਦੇਨਹਾਰਾ ਹੈ, ਸਾਡੀ ਲਾਈਫ ਦੇਣ ਵਾਲਾ, ਸਾਡਾ ਅੰਦਰਲਾ ਜੀਓ ਦੇਣ ਵਾਲਾ, ਉਹ ਜੀਂਦਾ ਰਹੇ ਸਦਾ। ਸਦ ਜੀਵੇ ਦੇਵਨਹਾਰਾ। ਮਹਾਰਾਜ ਕਹਿੰਦੇ ਜੀਓ ਤੂੰ ਜੀ ਹੈ ਮੇਰੇ ਸਦਕੇ, ਜਿਹੜੀ ਪਾਵਰ ਮੈਨੂੰ ਇਹ ਜ਼ਿੰਦਗੀ ਦਿੰਦੀ ਹੈ ਅੰਦਰਲਾ ਜੀਓ। ਦੋਨਾਂ ਦੀ ਸਪੈਲਿੰਗ ਵੱਖਰੇ ਹੈ। ਇਸ ਕਰਕੇ ਪਹਿਲਾ ਹੈ ਜੀ ਆਓ, ਐੜਾ ਵਿੱਚ ਪਾ ਗਏ। ਦੂਸਰੇ 'ਚ ਸਿਰਫ ਊੜਾ ਹੈ ਜੀਓ। ਜੀਓ ਸਾਡੀ ਲਾਈਫ ਅੰਦਰਲੀ ਪ੍ਰਾਣ ਹੈ, ਹੰਸ ਹੈ, ਉਹ ਸਾਰੀ ਚੀਜ਼ ਜਿਹੜੀ ਸਾਡੇ ਅੰਦਰ ਉਹ ਦੇਣ ਵਾਲਾ ਹੈ। ਇਹਨਾਂ ਦੇ ਹੀ ਗੁਰੂ ਰਾਮਦਾਸ ਸਾਹਿਬ ਜੀ ਲਿਖਦੇ ਨੇ, ਤੁਧ ਬਿਨ
कोई मार जीवाल न साके हर जी तुद बिन, तेरे बगैर कोई ना मार सकता ना कोई जीव पा सकता, तां ते निसड़ होए रहिए टंग धर। देखो कैसी पंजाबी लिखी है। बंदा जदों बेफिक्र हो जाता ना, लत्त ते लत्त चाड़ के ते आराम नाल सौंदा, कहंदे जद होर कोई ना मार सकता ना जवा सकता, मैं क्यों फिक्र करा। इस करके जियो हमारा जियो देन हारा, वो कहते निसड़ हो के बेफिक्र हो जा सारी जिंदगी च, ओहो ही लाइफ देने वाला है, ओहो ही लाइफ कढ़ण वाला है। किसी नूं कोई हक नहीं है होर ये काम करन दा। इस करके महाराज ना जियो, ये तू जींदा रहे मेरी जिंदगी देण वालिया। जियो हमारा जियो देन हारा, जियो हमारा जियो देन हारा, जियो हमारा आवर न को मारन वाला, आवर न को मारन वाला। इन्हां दी ऐसी लाइफ स्टोरी है गुरु अर्जन देव जी की। 16 साल की उम्र च गद्दी ते बैठ गए सी, जदों बच्चा 11वीं च पढ़दा। ऐस एडा वड्डा ज्ञान नूं एडिट करन वाले, सब कुछ बनाउण वाले 16 साल की उम्र च गद्दी ते बैठ गए सी। क्योंकि इन्हां दी बाबत गां पिछे बाणी आउंदी है, अर्जन घरे गुरु रामदास भगत उतर आयो। ये पक्का पकाया पिछले जन्म का भगते की एडी कमाई सी। तो ये और इन्हों दो इन्हों दे अज की शहीदी दिन सुनाउण तो पहला इन्हों के शब्दों चों टोह मिलती है भी एक बारी अगे भी इन्हों एक मुगल मारन आया सी पठान, पर महाराज जी कहते वो नापाक सुलही ते मर गया और मैनू सुलही ते नारायण राख। वो मैनू नहीं सी मारना चाहता, मैनू बचा लिया उन्हें और सिखां ने अर्जी दिती भी वो सुलही खां पठान क्यों चढ़िया सी। अकबर दा मुगलिया हुकूमत लाहौर दा औदा दिल्ली दा टोडरमल वजीर सी, बड़ा पारा। जदों वो पंजाब च आया, गुरु घर दे वेरियां ब्राह्मणां ने उन्होंने चक्किया जी इस इन्नी ब्राह्मणवाद के अगेंस्ट के बाणी का ग्रंथ वधी जाता है, साडे अगेंस्ट साड़ियां ते जड़ां पड़ सटियां इन्हां। तो उत्थे फिर उन्हें सुली खां पठान नूं चढ़ाया, जिहड़ा तेगा गल च पा के गुरु अर्जन पातशाह दा सीस वड्ढण आ रहा सी। लेकिन उस वेले उन्होंने भाणा मन्निया और उन्होंने कहा, सिखा ने कहा जी वो पहली शहीदी सी, पहला वार सी गुरु घर दे उत्ते मुगलिया हुकूमत दे इन्हां लोकां दा जो गुरु घर नाल लगदे सी। वो कहंदे सिख कहंदे जी कोई पत्री चलाओ, कोई चिट्ठी लिखिए, कोई सलाह कर लियो, तो मारो मार करदा आ रहा। महाराज ने उथे बाणी दिती, सानू शब्द दिती, मैं सब कुछ छोड़ तू ही त्यार, मैं नाम जपना, मैं नहीं कुछ करना। लेकिन दूसरी शहीदी ते जदों गिरफ्तारी हुंदी है उस वेले महाराज चुप करके तुर पैंदे नाल। आ दो चीज़ां समझण वालियां है जो बाणी च आउंदियां। उस वेले कहंदे मैं कुछ नहीं करना, मैं सिर्फ मैं तेरा नाम जपना है। इस करके महाराज ना उस वेले भगती च बैठ के अपना नाम जपते सी। उस सुली खान का घोड़ा डर के तब के भट्ठे ते चढ़न लगा, उहदा अगले पैर दोनों ही आवे दे विच उगे, तुहाडा तेगा सी उहदे गलों निकल के उहदियां शाह रगां ते फिर गया। सुली
मूआ नापाक और उत्थे ही वो मर गया और फौजां मुड़ गईयां। इस करके पहला उस वेले वो भाणा उन्होंने ना मन्निया, उन्होंने पता सी कोई मारन वाले नहीं। लेकिन जदों लाहौर तो गिरफ्तारी हुई है और इन्हों फड़ के ले जाते है, उदा असीं सीन बाद च लियावांगे। लेकिन उन्होंने दा थीम की सी, अवर न कहो मारन अवर न कहो मारन जियो हमारा जियो देना जियो हमारा। वो मेनू जिया जिन्हें दिता वो जींदा है, वो जीवदा पुरख है। जिया हमारा जियो देना जियो हमारा। अंदर प्रत्यक्ष आत्मा के दर्शन हो रहे हैं। आत्मा ना मरदी है ना जमदी है, और जिहड़े भगती कर करके नाम जपण वाले उन्होंने साफ अंदर आत्मक जीवन उन्होंने वो नज़र आ जाता है। शब्द इत्थों शुरू हुंदा है, ना ओह मरता। अकाल पुरख जो जो आत्मक रूप है, ना ओह मरता। बड़िया बड़िया गीतां च फिलासफियां सारियां भी आत्मा अमर है, सारी है। महाराज ने खोल के रख दिता, न ओह मरता ना हम डरिया, ना ओह भीन से ना हम कड़िया, ना ओह नेर तन ना हम भूखे, ना उस दुख ना हमको दुखे। अवर न कहो मारन वाला जिया हमारा जियो देनहारा जियो हमारा। रहो न उस बंधन न उस बंधन ना हम बांधे, ना उस तंदा ना हम ताने, ना उस तंदा ना हम ताने, ना उस मैल ना हमको मैला, उस आनंद ता हम सद केला। अवर न कहो मारन वाला जियो हमारा जियो देनहारा जियो हमारा। ना उस सोच ना उस सोच ना हमको सोचा, ना उस
लेप न हमको पूछा, ना उस भूख ना उस भूख, ना हमको तृष्णा, जाओ निर्मल ता हम जचना, खबर न मारन वारा, जिया हमारा जियो देनहारा, जियो हमारा। हम किछ नाही एक ओही, हम किछ नाही एक ओही, आगे पाछे एको सोई, नानक घुरे खोए परम पंगा, ए नानक घुरे खोए परम पंगा, हम ओए मिल होए एक रंगा, हम ओए मिले होए एक रंगा। आ तोड़े दी टोक और शब्द हत्थां 'ਚ है साडे, ਇਹਦੇ ਪਿਛਲੇ ਹਿੰਸੇ ਦੇਖਣੇ ਹੈ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮਿਹਨਤਿੰਗ ਐਡੀਟਿੰਗ ਹੈ, ਜਿਨ੍ਹਾਂ ਕਰਕੇ ਗਿਆਨ ਬਚਿਆ ਰਿਹਾ। ਕੋਈ ਗੁਰੂ ਘਰ ਦਾ ਵੈਰੀ ਉਦਾਸੀ ਜਾਂ ਹੋਰ ਟੋਲਾ ਇਹਦੇ ਕੋਈ ਸ਼ਬਦ ਨਹੀਂ। ਐਸ ਇਹਨਾਂ ਹਿੰਸਿਆਂ ਦੀ ਇਹ ਹਰ ਵੇਲੇ ਹਿੰਸੇ ਦੇਖੋ। 2 ਡੰਡੀਆਂ ਚੌਕਾ, 2 ਡੰਡੀਆਂ 32, 2 ਡੰਡੀਆਂ 83। ਆ ਸ਼ਬਦ ਹੈ ਜਿਹਨੇ ਨਾ ਆਸ਼ੇਦਾਂ ਸਿੱਖਾਂ ਨੇ ਵੈਲਿਊ ਨਹੀਂ ਪਾਈ ਵੀ ਸਾਡੇ ਕੋਲ ਕਿੱਡਾ ਉੱਚਾ ਗਿਆਨ ਹੈ, ਇਹਦੀ ਕੋਈ ਰਲਾਵਟ ਨਹੀਂ ਕਰ ਸਕਦਾ। ਚੌਕਾ ਪਹਿਲਾ ਤਾਂ ਹੈ, 4 ਬੰਦਾਂ ਦਾ ਸ਼ਬਦ ਹੈ, 4 ਸਟੈਂਜ਼ਿਆਂ ਦਾ ਗੀਤ ਹੈ, ਔਰ 32ਵਾਂ ਸ਼ਬਦ ਇਸੇ ਸਟਾਈਲ ਦਾ ਹੈ। ਇਸੇ ਸਫੇ ਦੇ ਉੱਤੇ ਜਾਂ ਇੱਥੋਂ ਪਿੱਛੇ ਦੇਖੋਗੇ ਜਿੱਥੇ ਹਿੰਸੇ ਹੋਣਗੇ 32 ਦਾ 31 ਲਿਖਿਆ ਹੋਊਗਾ, ਇਹ 32ਵਾਂ ਸ਼ਬਦ ਹੈ। ਉੱਥੋਂ ਪਿਛਲਾ 3 ਲਿਖਿਆ ਹੋਊਗਾ। ਉੱਥੋਂ ਬਾਅਦ ਅਗਲਾ 83 ਹੈ ਨੰਬਰ। ਪਿਛਲਾ ਦੇਖੋਗੇ 82 ਹੋਏਗਾ, ਇੱਥੋਂ ਅਗਲਾ ਦੇਖੋਗੇ 84 ਹੋਏਗਾ। ਕਿੰਨੀ ਸਿੱਖ ਟੀਮ ਲੱਗੀ ਹੋਣੀ, ਕਿੰਨੀ ਜਦੋਂ ਕੰਪਿਊਟਰ ਨਹੀਂ ਸੀ, ਕੁਛ ਨਹੀਂ ਸੀ, ਗੁਰੂ ਮਹਾਰਾਜ ਦੀ ਕਿੰਨੀ ਵੱਡੀ ਟੀਮ ਆਪਣੀ ਸੁਪਰਵਿਜ਼ਨ 'ਚ ਸਿੱਖਾਂ ਦੀ ਲਾਈ। ਭਾਈ ਦੇਖੋ ਗਿਣਤੀ ਕਰੋ, ਆ ਪਿੱਛੇ ਕਿੰਨੇ ਸ਼ਬਦ ਹੈ, ਕੀ ਨੰਬਰ ਆਉਂਦਾ, ਇਹਦਾ ਆਹ ਨੰਬਰ ਪਾਓ ਆਪਣੀ ਗੁਰੂ ਅਰਜਨ ਦੇਵ ਜੀ ਰੱਬ ਨਾਲ ਮਿਲੇ ਹੋਏ, ਉਹਨਾਂ ਕੋਲ ਟਾਈਮ ਹੈ ਇੰਨੇ ਹਜ਼ਾਰਾਂ ਸਫ਼ੇ ਐਡਿਟ ਕਰਕੇ ਲਿਖਣੇ, ਪਰ ਸਿੱਖ ਕੋਲ ਟਾਈਮ ਹੀ ਨਹੀਂ ਹੈ ਇਹਨੂੰ ਦੇਖਣ ਦਾ ਵੀ ਮੇਰੇ ਕੋਲ ਕੀ ਖਜ਼ਾਨਾ ਹੈ। ਸਿੱਖਾਂ ਦੇ ਐਡੇ ਵੱਡੇ ਇੰਨੇ ਦਾ ਬਾਕੀ ਸਭ ਕੁਝ ਕਰਨਗੇ, ਲੇਕਿਨ ਕਦੀ ਵਡਿਆਈ ਨਹੀਂ ਪਾਉਂਦੇ ਵੀ ਇਹੋ ਜਿਹੇ ਬੰਦੇ ਨਾ ਰੱਬ ਨਾਲ ਮਿਲੇ ਹੋਏ ਨਾ, ਸਾਡੇ ਲਈ ਇਹ ਸਾਰੀ ਮਿਹਨਤ ਕੀਤੀ ਹੈ, ਇਹ ਸਾਰੇ ਸ਼ਬਦ ਸਾਡੇ ਲਈ ਹੱਥ ਦਿੱਤੇ ਤਾਂ ਕਿ ਇਹਦੇ 'ਚ ਕੋਈ ਮਿਲਾਵਟ ਨਾ ਕਰ ਸਕੇ। ਔਰ ਦੁਨੀਆ ਦਾ ਇਕੱਲਾ ਹੀ ਇਕੱਲਾ ਸੋਲਿਟਰੀ ਗਿਆਨ ਹੈ ਜਿਹੜਾ ਗੁਰੂਆਂ ਨੇ ਆਪਣੇ ਹੁੰਦਿਆਂ ਸਾਰੀ ਚੀਜ਼ ਕੀਤੀ। ਬਾਕੀ ਬਾਈਬਲ ਕੁਰਾਨ 'ਚ ਬਾਕੀ ਸਾਰੇ ਬਾਅਦ 'ਚ ਬਣੇ ਹੈ, ਮੁਬਾਰਕ ਹੋ। ਲੇਕਿਨ ਆ ਜਿਹੜੀ ਹਿੰਸੇ ਪਿੱਛੇ ਲੈ ਦਿੱਤੇ, ਹਮੇਸ਼ਾ ਪਾਠ ਕਰਨ ਲੱਗੇ ਪਿਆਰ ਨਾਲ, ਇਹ ਦੇਖੋ
इस करके इन्नी मेहनत गुरु रब नाल मिले हुए टाइम दे सकते हैं, पर सिख को शब्द लिए टाइम है नहीं। इस करके असी गुरु अर्जन देव जी की शहीदी उन्होंने शब्दां नाल मिलावांगे भी किन्ना वड्डा काम कर गए। साडी उन्होंने दे एडा वड्डा सब कुछ देख के उन्हें दिन कंप्यूटर नहीं सी, कुछ नहीं सी, फिर भी पोथियां बंद दित्तियां और सारा सिक्का बंद ज्ञान देता। इस करके कौम नूं इह समझ जागण की लोड़ है भी बाहर सत्कार च जो मर्जी करो, पर कदी सब तो वड्डा जिहड़ा काम कर गया है असीं हुण ओह शुरू करन लगे हैं लड़ी भी ये शहीदी उन्हां दी किहड़े शब्दां करके होई सी। क्योंकि गुरु नानक ने ही आसा दी वार च ब्रह्मणवाद कट्टी है। चौकड़ मुल अणाया बह चौंके पाया, सिखा कन चढ़ाइया गुर उथे रारे नूं औंकड़ है। गुर ब्राह्मण थिया, बाबा नानक कहते रब बनी बैठा सी ब्राह्मण। नीवियां जातां नूं ये मंत्र नहीं सी दिंदा और उच्चियां जातां आप और खत्रियां नूं मंत्र, नीवी जात नूं मंत्र लैण दा हक नहीं सी। और फिर की उठिया गुरु महाराज ने कहा भी ये बड़ा जुल्म हो रहा है, आप ही रब बनी बैठा। गुर दे रारे नूं उत्थे औंकड़ है, गुर ब्राह्मण थिया। ये गुर वो है जो जपजी साहब चाहुंदा गुर ईसर गुर गोरख बर्मा गुर, बाकी पार्वती माई माया व्यापी है। साडे लई गोरख गुरु नहीं है, साडे लई ईसर महादेव गुरु नहीं है। जप दे विच ही आउंदा गुर। आ गुर जिहड़ी चीज़ है ये बाबे नानक दे अंदर आई सी। आप अपनी कर्म लिख दे भी है मेरे अंदर ये आप ये गुर आ गया। गुर की सी बाबा नानक लिखदा तत् निरंजन जोत सबाई सोहंग भेद ना कोई जियो अपरंपर पारब्रह्म परमेश्वर नानक गुर मिलिया सोई जी। आ गुर तू बनया, असी इस गुर दे सिख हैं। और इसे करके लिखिया गुर सत्ते गुर का जो सिखा खाए। इस करके एडी वड्डी चीज़ है जिहड़ी जप च क्लीयर हुंदी भी जिन चक्कर इन्हां देवतियां नूं किस नूं एक नूं मन। इस करके गुर नूं मन, और गुर है ही वाहिगुरु दा हिस्सा। गुरुआं ने बहुत थां गुरु गुरु करके लिखिया, वाह वाह करके लिखिया। गुरु गुर गुरु गुर गुरु गुर गुरु जपे प्राणियों, गुरु गुर गुरु गुर गुरु कर मन रे, गुरु गुर गुरु गुर गुरु सुन कान रे। मतलब सारे बाणी च जिहड़े साखियात गुरुआं नूं देख रहे सी उन्हां दी बाणी साडे कोल है। लेकिन बाणी दे विच जिहड़ी चीज़ आएगी वो है भी ये सारियां दा सांझा है, काल पुरख वाल इशारा है। गुर पहलां बाबे नानक दे अंदर गोरे आया, सतगुरु की जोत आई उन्हां दे अंदर, और गां फिर जोत ओहा जुगत साए सह काया फिर पलटिए। चलते चलते दसम पातशाह तक आ गई। और पिछले 9 गुरु कंन च दीखिया दिंदे सी। बामण आप इन्हां नूं देख के बाबे नानक ने आप दीखिया शुरू की भी ये आप ही रब बन गुर बनी बैठा। चौकड़ मुलन आया बह चौंके पाया, सिखां कन्न चढ़ाइया। कन्न च मंत्र दिंदा सी। कन्न पिंडी साईं मशहूर है, कन्ना मन्ना कुर मैं तेरा चेला ते तू मेरा गुर। इस करके ब्राह्मण नूं हक सी महाराज ने आप मंत्र देना शुरू किया, जिहदी विटनेस जिहदी अगला उन्होंने जिहड़ा पहला सिख बनाया गुरु अंगद साहब महले दूजे की बाणी च आउंदी है भी इनू दीखिया बाणी च लफज आएगा। 26 वारी लफज दीखिया बाणी च आया। और इनू खंडे बाटे की पौल भी तां कहते गांह जाके दसांगे। और अमृत छकना भी इनू कह रहे ने प्यार ना, पर ये असी करके काम अमृत अंदर बनाना है। असी मुबारक है सारी चीज़, लेकिन लफज बाणी च पीवो पौल खंडे तार नहीं आएगा, उसकी जगह दीखिया आएगा। कवन तराजी कवन तुला तेरा कवन सुराख बुलावा, कवन गुरु कह पै दीखिया। ये मंत्र लेना पैंदा है। इसे मंत्र देने लिए ही 10 पातशाह आईयां है। लेकिन 10म पातशाह ने ये डिक्टेटरशिप खत्म कर दी भी मंत्र 5 देणगे सिख। इस करके 5 के हवाले कर दिता। आप गोडियां भार हो के अपना नाम सिंह रखाया, और फिर उतों बाद मंत्र 5 दिंदे है। इस करके हुण तक
जिन्हें पंजां कोलों मंत्र नहीं लिया गुरु गोबिंद सिंह साहब जी के राह के उत्ते नहीं है। मुबारक है, नाम जपदा कुछ करदा, लेकिन जिहड़ा मंत्र पंजां कोलों लैना चाहिए है। बल्कि अजकल यह रिवाज है मंत्र दे देंगे सारे, पौल छकाउंदे ने सारे करते ने, जिन्ने भी जथे सारे बाकी भी संत सज्जन सारे बड़े नाम जपण वाले आ, लेकिन मलकड़े दिते कह देंगे है भाई नाम जपण की विधि साडे महापुरख दसणगे। आ बड़ियां भारियां चीज़ां हो रही है। असी कहने नाम जपण की विधि लुको के नहीं रखी। बाबे नानक ने आप ही अपने श्लोक दसता भी पंज प्यारे ही विधि दसणगे, पंज प्यारे ही उस मंत्र नूं किदां जपना है, अर्ध औरदी अभ्यास कराउणगे। और सारा असी ये चीज़ ये क्यों है, साडियां फाउंडेशनां हिला रहे ने लोग। साडी फाउंडेशन इक्को है भी जिहड़ा कि गुरु गोबिंद सिंह साहब जी ने राह चलाया। और उस वेले सिख कहण लगे सी वाहो वाहो गोबिंद सिंह जी, वाहो वाहो गोबिंद सिंह जी। ये पहला इन्हां दा नाम गोबिंद राय सी, इन्हां ना पंजा प्यारिਆਂ ना फिर इन्हां दा नाम सिंह और पंजा प्यारिਆਂ दे नाम भी सिंह होए। और गुरु महाराज ने फिर ऐसे जीवनी वाले चार साहिबजादा पीते जिन्हां दे नाम भी सिंह ही कीते। फिर वाहो वाहो गोबिंद सिंह जी, वाहो वाहो गोबिंद सिंह जी। आपे गुर चेला, आपे गुर चेला, पीवो पाहल खंडे दा, पीवो पाहल खंडे दा, होए जन्म सुहेला। एडा वड्डा उस विसाखी के दिहाड़े चीज़ हुई। क्यों हुई? गुरु तेग बहादुर साहब को शिवालिक की गोद चाण के बैठे और गुरु गोबिंद सिंह साहब अपने जफरनामे च लिखते हैं कि मेरे पहला गुरु अर्जन साहब का जो शहादत हुई है उसों बाद मेरे बाप उन्होंने लफ्ज नहीं लिखे, लेकिन उन्होंने चिट्ठी च जाहिर कर दिता औरंगजेब नूं, औरंगजेब ये पहाड़ी राजियां दी अर्जियां ना सब कुछ तेरे कोल हो रहा, वो चक कर रहे ने। और क्योंकि साडे च जात पात नहीं मन्नी जाती, सुच झूठ और ये सारे जिन्ने ब्रह्मणवाद के चीज़ां जो सिक्खी च सब तो ज्यादा हो रही है, उस बाणी नहीं मानती। इस करके जात पात ये सारी कट्ठी खंडे बाटे दे इक्को मूँह लवा के सारियां नूं और सारियां जातां नूं इकट्ठा करके सके भरा बनाए है। इस करके जिहड़ा मंत्र पंजां कोलों नहीं लैंदा उन्होंने दरगाह च लेखा देना पेगा जे वो फिर भी जात पात रखदा ते खंडे बाटे की पौल लैके। इस करके खंडे बाटे की पौल ऐसी महाराज ने चलाई। और कदों चलाई? 1699 की विसाखी ते इन्ना इकट्ठ होया। वो क्यों होया? हिस्टरी निकलनी नवीं क्रिस्टलाई क्लीयर हो गई कि जदों गुरु तेग बहादुर साहब चांदनी चौक च कतल किए गए, उतों बाद साहबजादा छोटा सी, उतों बाद इन्ने साल दीखिया की रस्म नहीं सी हुई। संगतां बलड़ा उठियां, महाराज सिख दीखिया करो। महाराज ने कहा भी हुण दीखिया की रस्म भी बदलनी पैनी है। इस करके उन्होंने खंडे की धार चों ये मंत्र रंगाता। जिस वेले सानू मंत्र मिलता है, बोल 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 के सानू नाम मिल जाता है जपण वाला। बोल वाहिगुरु जी का खालसा वाहिगुरु जी की, वाहिगुरु गुरमंत्र मिल जाता है सिखां नूं उस वेले। लेकिन वो विधि जपण वाले कहते जी विधि साडे महापुरख दसणगे। वो भाई विधि तो यो ही है भी गद्दी गृहस्थी नूं जानी। गुरु नानक तो बाद गद्दी सारे गृहस्थियों नूं आउंदे रहे। तुसीं किसी ना भी ब्याह नहीं कराया, कोई भी गुरु महाराज की लाइन ते नहीं है। असीं मानते हैं चंगे नाम जपण वाले सारे है, लेकिन एक गृहस्थ का जो राह चलाया सी और वो उरीद खत्म हो रही है। तुसीं किस तरह पंजां कोल ही विधि है, पंज ही मंत्र जपना सिखाउणगे। और की है जिद्दां गुरु नानक कहंदा मैं तो दिन रात लगा ही रहना।
एक आख आखै शब्द पाखै, एक आख आखै शब्द पाखै, आरद उरद दिन रात, एक आख आखै शब्द पाखै, आरद उरद दिन रात। नाम की कमाई करे वाहिगुरु गुरमंत्र दी। महाराज ने गुरु अर्जन देव जी ने लिख दिता। कई कहते जी ਇਹਦੀ ਛਕਣ ਦੀ ਕੀ ਜ਼ਰੂਰਤ ਹੈ, ਪੌਲ ਲੈਣ ਦੀ, ਉਹ ਕੰਮ ਹੀ ਇੱਥੋਂ ਸ਼ੁਰੂ ਹੋਣਾ। ਗੁਰੂ ਅਰਜਨ ਦੇਵ ਜੀ ਲਿਖਦੇ, ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟਨੇ, ਕੁਕਰੇ ਦਰਬੇ ਕਾਕੇ ਤੁਲੇ। ਉਹਦਾ ਜੀਵਨ ਕਿੱਦਾਂ ਦਾ ਹੋਏਗਾ ਜਿਹਨੇ ਗੁਰੂ ਕੋਲੋਂ ਇਹ ਦੀਖਿਆ ਜਾਂ ਗੁਰਮੰਤਰ ਨਹੀਂ ਲੈ ਲਿਆ? ਉਹਦਾ ਸੁਭਾਅ ਨਹੀਂ ਬਦਲੇਗਾ, ਉਹਦਾ ਸੁਭਾਅ ਕਾਵਾਂ ਵਰਗਾ ਹੋਏਗਾ, ਉਹਦਾ ਸੁਭਾਅ ਕੁੱਤਿਆਂ ਵਰਗਾ ਲਾਲਚੀ ਹੋਏਗਾ, ਉਹਦਾ ਸੁਭਾਅ ਸੱਪਾਂ ਵਰਗਾ ਜ਼ਹਿਰੀ ਹੋਏਗਾ। ਜੇ ਗੁਰਮੰਤਰ ਲੈ ਕੇ ਉਹ ਜਪਦਾ ਨਹੀਂ, ਅੰਦਰ ਕੋਈ ਚੇਂਜ ਨਹੀਂ ਆਈ ਔਰ ਉਹਨੇ ਗੁਰਮੰਤਰ ਨਹੀਂ ਲਿਆ। ਕਿਉਂਕਿ ਸਾਡੀ ਬਾਣੀ ਚਾਹੁੰਦਾ, ਗੁਰੂ ਅਮਰਦਾਸ ਸਾਹਿਬ ਕਹਿੰਦੇ, ਸਾਤੇ ਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਮ ਬੁਰਾ। ਅਸੀਂ ਹਰ ਇੱਕ ਨੂੰ ਖੰਡੇ ਵੱਟ ਦੀ ਪੌਲ ਲੈਣੀ ਚਾਹੀਦੀ ਹੈ ਔਰ ਇਹ ਬਿਗਨਿੰਗ ਹੈ, ਕੰਮ ਹੀ ਇੱਥੋਂ ਸ਼ੁਰੂ ਹੋਣਾ। ਇਸ ਕਰਕੇ ਗੁਰਮੰਤਰ ਲੈ ਕੇ ਉਸ ਤੋਂ ਬਾਅਦ ਜਿਹੜਾ ਨਾਮ ਦੀ ਕਮਾਈ ਹੈ ਸਾਰੀ, ਉਹ ਸਾਰੇ ਗੁਰੂ ਪਹਿਲਾਂ ਕੰਨ 'ਚ ਮੰਤਰ ਦਿੰਦੇ ਸੀ, ਪੰਜਾਂ ਦੇ ਹਵਾਲੇ ਕਰ ਦਿੱਤੀ। ਡਿਕਟੇਟਰਸ਼ਿਪ ਖਤਮ ਕੀਤੀ ਰਿਲੀਜਨ 'ਚ। ਦੁਨੀਆ ਦੇ ਲਾਇਕ ਬੰਦੇ ਮੈਂ ਉਹਨਾਂ ਮੁਲਕਾਂ ਜਾ ਕੇ ਉਹ ਕਹਿੰਦੇ ਤਾਨੇ ਪੰਜਾਬ 'ਚ ਐਸਾ ਗੁਰੂ ਉੱਠਿਆ ਜਿਹਨੇ ਰਿਲੀਜਨ ਦੇ ਵਿੱਚ ਡਿਕਟੇਟਰਸ਼ਿਪ ਖਤਮ ਕਰ ਦਿੱਤੀ। ਕੱਲਾ ਬੰਦਾ, ਕੱਲਾ ਸਾਧ, ਕੱਲਾ ਸੰਤ, ਕੱਲਾ ਗੁਰੂ, ਸਾਰਿਆਂ ਨੂੰ ਇਨਸਾਨ ਦਾ ਗੁਲਾਮ ਬਣਾ ਰਿਹਾ ਸੀ। ਪੰਜਾਂ ਦੇ ਹਵਾਲੇ ਆਪ ਲਈ। ਔਰ ਇਸੇ ਕਰਕੇ ਅਸੀਂ ਇਹ ਮੁੱਢਲਾ ਥੀਮ ਤਾਂ ਬਣ ਰਹੇ ਹਾਂ ਵੀ ਪਹਾੜੀ ਰਾਜਿਆਂ ਦੇ ਅੱਗ ਲੱਗ ਗਈ ਔਰ ਉਹਨਾਂ ਨੇ ਔਰੰਗਜ਼ੇਬ ਨੂੰ ਅਰਜ਼ੀਆਂ ਤੇ ਅਰਜ਼ੀਆਂ ਦਿੱਤੀਆਂ ਭਈ ਇਹਨਾਂ ਨੂੰ ਰੋਕਿਆ ਜਾਏ, ਸਾਰੀਆਂ ਜਾਤਾਂ ਨੂੰ ਪਿੱਟਣ, ਸਾਰਿਆਂ ਨੂੰ ਆਪਣੇ ਨਾਲ ਲੜਾਈ ਜਾਂਦਾ, ਸਾਡਾ ਤਾਂ ਬੇੜਾ ਗਰਕ ਕਰ ਦਿੱਤਾ। ਮਹਾਰਾਜ ਨੇ ਜ਼ਫਰਨਾਮੇ 'ਚ ਲਿਖਿਆ, ਔਰੰਗਜ਼ੇਬ ਸਮਝਣ ਦੀ ਕੋਸ਼ਿਸ਼ ਕਰ, ਇਹ ਮੇਰੇ ਕਿਉਂ ਵੈਰੀ ਹੈ। ਸਭ ਤੋਂ ਵੱਡੀ ਸਾਡੇ 'ਚ ਗੱਲ ਹੈ, ਮਹਾਰਾਜ ਨੇ ਜੋ ਜ਼ਫਰਨਾਮੇ 'ਚ ਪਰਸ਼ੀਅਨ ਦੇ ਆਲਮ ਸੀ, ਉਹ ਔਰੰਗਜ਼ੇਬ ਨੂੰ ਪਰਸ਼ੀਅਨ, ਕਿਉਂਕਿ ਉਸ ਵੇਲੇ ਗਵਰਨਮੈਂਟ ਲੈਂਗੁਏਜ ਸੀ ਇਹ, ਉਹਨਾਂ ਨੇ ਲਿਖਿਆ ਕਿ ਹੂੰ ਬੁੱਤ ਪਰਸਤੰਤ ਕੇ ਮਨ ਬੁੱਤ ਛਿਕਨ, ਇਹ ਬੁੱਤਾਂ ਨੂੰ ਪੂਜਣ ਵਾਲੇ ਆ, ਮੈਂ ਬੁੱਤਾਂ ਨੂੰ ਤੋੜਨ ਵਾਲਾ ਹਾਂ। ਕਿੱਡਾ ਨਿਰਭੈ ਗੁਰੂ। ਔਰ ਕਹਿਣਗੇ ਤੂੰ ਇਹਨਾਂ ਦੇ ਆਖੇ ਲੱਗਦਾ ਹੈ, ਇਹਦੇ ਬੁੱਤਾਂ ਨੂੰ ਪੂਜਣ ਵਾਲੇ ਆ, ਮੈਂ ਬੁੱਤਾਂ ਨੂੰ ਤੋੜਨ ਵਾਲਾ ਹਾਂ। ਕਿਉਂ ਬੁੱਤ ਪਰਸਤੰਤ ਕੇ ਮਨ ਬੁੱਤ ਛਿਕਨ। ਤਾਂ ਔਰੰਗਜ਼ੇਬ ਨੂੰ ਕੋਈ ਸ਼ਕਲ ਆਈ, ਲੇਕਿਨ ਜ਼ਫਰਨਾਮਾ ਨਿਕਲ ਚੁੱਕਾ ਸੀ ਉੱਥੋਂ ਬਾਅਦ। ਔਰ ਮਹਾਰਾਜ ਉੱਥੋਂ ਬਾਅਦ ਛੇਤੀ ਉਹਦੀ ਡੈਥ ਹੋ ਗਈ। ਲੇਕਿਨ ਅਸੀਂ ਹੌਲੀ ਹੌਲੀ ਸਾਰੀਆਂ ਚੀਜ਼ਾਂ ਲਿਆਵਾਂਗੇ ਭਈ ਜਿਹੜਾ ਅੰਮ੍ਰਿਤ ਛਕਣਾ, ਪੌਲ ਲੈਣੀ, ਔਰ ਜਿਹਨੂੰ ਇਹ ਦੀਖਿਆ ਬਾਣੀ ਚਾਹੇਗਾ ਲਫ਼ਜ਼, ਪਰ ਇਹ ਸਾਰੇ ਇੱਕੋ ਚੀਜ਼ ਹੈ। ਲੇਕਿਨ ਵਿਧੀ ਵੀ ਜਿਹੜੀ ਮੰਤਰ ਜਪਣ ਦੀ, ਉਹ ਪੰਜ ਪਿਆਰੇ ਹੀ ਜਿਨ ਚ ਸਿਰ 'ਤੇ ਹੱਥ ਰੱਖ ਕੇ ਨਾਮ ਜਪਣਾ ਦੱਸਦੇ ਨਹੀਂ ਹੈ, ਪੂਰੀ ਨਹੀਂ ਹੁੰਦੀ। ਵਿਧੀ ਸਾਡੀ ਕੀ ਹੈ? ਵਿਧੀ ਹੈ ਹੀ ਹੈ ਵੀ ਗ੍ਰਸਤ ਮਾਰਗ ਅਟੇਨ ਕਰਨਾ ਸਾਰਿਆਂ ਨਾਲ। ਗੱਦੀ ਗ੍ਰਸਤੀ ਨੂੰ ਜਾਂਦੀ ਸੀ ਸਾਰੇ ਵੇਲੇ। ਇਸ ਕਰਕੇ ਸਾਡੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਡੀਰੇਲ ਹੋਏ ਹਾਂ ਅਸੀਂ, ਸਾਰੀ ਇਹਨਾਂ ਨੂੰ ਕੋਈ ਪੁੱਛ ਨਹੀਂ ਸਕਦਾ ਵੀ ਜਦ ਗ੍ਰਸਤੀ ਪ੍ਰਧਾਨ ਹੈ, ਤੁਸੀਂ ਸਾਰੀ ਉਮਰ ਕੋਈ ਵੀ ਨਹੀਂ, ਤੁਹਾਡੇ ਪਗੜੀ ਤਾਂ ਬਣਾਉਂਦੇ ਆ ਜਦੋਂ ਕਿ ਤੁਸੀਂ ਇਹ ਗ੍ਰਸਤ ਤੋਂ ਪਰੇ ਹੋ ਜਾਓ। ਇਹ ਨਹੀਂ ਚੀਜ਼ ਅਸੀਂ ਮੰਨਦੇ, ਇੱਜ਼ਤ ਕਰਦੇ, ਨਾਮ ਜਪਣ ਵਾਲੇ ਆ, ਪਰ ਗੁਰਬਾਣੀ ਦੀ ਜੋ ਰੀਤ ਹੈ ਉਹ ਸਾਡੀ ਰੀਤ ਕੀ ਹੈ ਵੀ ਤੁਸੀਂ ਐਡਾ ਮੁਸ਼ਕਿਲ ਬਣਾਤਾ ਹੈ ਸਾਰਾ ਰਾਸਤਾ ਵੀ ਜਿੰਨ ਚਿਰ ਕੋਈ ਬੰਦਾ ਇੰਨਾ ਵੱਡੀ ਪਗ ਆਹ ਕਰ ਸਕਦਾ। ਮਹਾਰਾਜ ਨੇ ਕਹਿੰਦਾ, ਮਹਾਰਾਜ ਨੇ ਜੁਗਤੀ ਦੱਸੀ ਆਪਣੀ, ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਹੈ ਵਿੱਚੇ ਹੋਵੇ ਮੁਕਤ, ਹੈ ਵਿੱਚੇ ਹੋਵੇ ਮੁਕਤ। ਪਰ ਇੱਕ ਤੈਨੂੰ ਉਹ ਸਤੇ ਗੁਰੂ ਭੇਟਣਾ ਪੈਣਾ ਜਿਹਦੀ ਦੇਹ ਨਹੀਂ ਹੈ। ਨਾਨਕ ਸਤੇ ਗੁਰ ਭੇਟਿਐ, ਇਹ ਨਾਨਕ ਸਤੇ ਗੁਰ ਭੇਟਿਐ, ਪੂਰੀ ਹੋਵੇ ਜੁਗਤ
ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਹੈ ਵਿੱਚੇ ਹੋਵੇ ਮੁਕਤ। ਉਹ ਸਤਿਗੁਰੂ ਦੀ ਜੋਤ ਗੁਰੂ ਨਾਨਕ ਦੇ ਅੰਦਰ ਆਈ ਪੂਰੀ ਦੀ ਪੂਰੀ। ਗੁਰੂ ਜੋਤੀਆਂ ਲਹਿਦਾ ਨੇ ਉਹਨਾਂ ਦੇ ਅੰਦਰ ਇਹ ਸਤਿਗੁਰ ਦੀ ਜੋਤ ਜੋ ਜੁਗ ਜੁਗ ਤੋਂ ਚਲੀ ਆਉਂਦੀ ਸੀ। ਜੁਗ ਜੁਗ ਪੀੜ੍ਹੀ ਚੱਲੇ ਸਤਿਗੁਰ ਕੀ ਬਾਣੀ ਹੈ। ਸਾਡਾ ਸਤਿਗੁਰ ਕੀ ਹੈ? ਇਨਸਾਨ ਨਹੀਂ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਾ ਸਮਾਏ। ਔਰ ਇਹਦੀ ਜਗ੍ਹਾ ਅੱਜ ਕੱਲ੍ਹ ਇਨਸਾਨ ਮੰਨੀ ਫਿਰਦਾ ਹੈ। ਸਤਿਗੁਰ ਇਨਸਾਨ ਨਹੀਂ ਹੈ ਸਾਡਾ। ਸਤਿਗੁਰ ਸੈਲਫ ਐਕਸਪਲੇਨੇਟਰੀ ਲਫ਼ਜ਼ ਹੈ। ਕਿਹੜਾ ਗੁਰ? ਜਿਹੜਾ ਸੱਤੇ ਹੈ। ਕਿਹੜਾ ਗੁਰ? ਜਿਹੜੀ ਸਦਾ ਹੀ ਹੋਂਦ ਹੈ। ਕਿਹੜਾ ਗੁਰ? ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ। ਸੱਤੇ ਉਹਨੂੰ ਕਹਿੰਦੇ ਹੈ। ਸਾਡਾ ਗੁਰ ਨਹੀਂ ਹੈ ਇਕੱਲਾ, ਸਾਡਾ ਗੁਰ ਸਤਿਗੁਰ ਹੈ। ਇਸ ਕਰਕੇ ਇਹ ਜੋਤ ਉਹਾ ਜੁਗਤ ਗੁਰੂ ਜੋਤੀਆਂ ਲਹਿਦਾ ਨੇ ਉਹਨਾਂ ਦੇ ਅੰਦਰ ਇਹ ਸਤਿਗੁਰ ਦੀ ਜੋਤ। ਔਰ 10 ਪੀੜ੍ਹੀਆਂ ਚੱਲੀਆਂ ਔਰ ਜੁਗ ਜੁਗ ਪੀੜ੍ਹੀ ਚੱਲੇ ਸਤਿਗੁਰ ਕੀ। ਜੁਗਾਂ ਜੁਗਾਂ ਤੋਂ ਜਦੋਂ ਦੇ ਯੁੱਗ ਚੱਲਦੇ ਆ ਸਤਿਗੁਰ ਹੈ। ਔਰ ਸਾਰਿਆਂ ਦਾ ਇੰਟਰਨੈਸ਼ਨਲ ਯੂਨੀਵਰਸਲ ਉਹ ਗਲੋਬਲ ਸਤਿਗੁਰ ਹੈ। ਸਾਰਿਆਂ ਮਜ਼ਹਬਾਂ ਦਾ ਸਾਂਝਾ। ਉਹ ਪਾਵਰ ਜੋੜਨਹਾਰੀ ਹੈ। ਜੇ ਕਿਸੇ ਦੇ ਅੰਦਰ ਰੱਬ ਆਉਣਾ ਹੈ ਤਾਂ ਇਸ ਤਾਕਤ ਤੋਂ ਬਗੈਰ ਨਹੀਂ, ਪਹਿਲਾਂ ਸਤਿਗੁਰੂ ਅੰਦਰ ਆਏਗਾ। ਉਹ ਕੀ ਹੈ? ਸਤਿਗੁਰ ਸੋ ਸਤਿਗੁਰ ਧੰਨ ਧੰਨ ਹੈ। ਸੋ ਸਤਿਗੁਰ ਧੰਨ ਧੰਨ ਹੈ ਜਿਨ ਪਰਮ ਗੜ ਤੋੜਿਆ। ਸੋ ਸਤਿਗੁਰ ਵਾਹੋ ਵਾਹੋ ਵਾਹ ਜਿਨੇ ਹਾਰ ਸਿਓ ਜੋੜਿਆ। ਰੱਬ ਕਦੀ ਕਿਸੇ ਨੂੰ ਸਿੱਧਾ ਨਹੀਂ ਮਿਲਿਆ। ਸਾਰੀ ਬਾਣੀ 'ਚ ਡਿਸਿਪਲਿਨ ਹੈ। ਸਾਰੀ ਬਾਣੀ 'ਚ ਪਹਿਲਾਂ ਸਤਿਗੁਰ ਅੰਦਰ ਆਏਗਾ, ਉੱਥੋਂ ਬਾਅਦ ਉਹ ਰੱਬ ਨਾਲ ਜੋੜੇਗਾ ਜਾ ਕੇ। ਸਤਿਗੁਰ ਹੋਏ ਦਿਆਲ ਤਾਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ। ਉਸ ਤਾਕਤ ਜਿਹੜੀ ਆਉਂਦੀ ਉਹ ਇਨਸਾਨ ਨਹੀਂ ਹੈ ਔਰ ਉਹਨੂੰ ਹੀ ਸੰਤ ਤੇ ਸਾਧ ਕਿਹਾ ਹੈ। ਬਾਣੀ ਜਿਹੜੀ ਹੈ ਇਸ ਲੈਵਲ ਨਾਲ ਲਿਖੀ ਗਈ। ਅਸੀਂ ਸ਼ਬਦਾਂ 'ਚ ਲਿਆ ਰਹੇ ਹਾਂ ਵੀ ਸੰਤ ਜਿੱਥੇ ਸਿੰਗੂਲਰ ਹੋਵੇ, ਸੰਤ ਇਜ਼ ਇਕੁਅਲ ਟੂ ਸਾਧ ਇਜ਼ ਇਕੁਅਲ ਟੂ ਸਤਿਗੁਰ ਜਿਹਦੀ ਦੇਹ ਨਹੀਂ ਹੈ। ਇਸ ਕਰਕੇ ਅਸੀਂ ਕਿਹੜਾ ਗੁਰਪੁਰਖ ਕਰਨਾ ਹੈ? ਗੁਰੂ ਰਾਮਦਾਸ ਕਹਿੰਦੇ ਕਾਰ ਗੁਰ ਪੁਰਖ ਅਜਨਮਾ, ਜਿਹਦਾ ਜਨਮ ਨਹੀਂ ਹੈ, ਕੋਈ ਡੇਟ ਆਫ ਬਰਥ ਨਹੀਂ ਲਿਖੀ ਗੁਰੂ ਗ੍ਰੰਥ ਸਾਹਿਬ 'ਚ। ਸਾਡੇ ਲਈ ਕੀ ਹੁਕਮ ਹੈ? ਅਸੀਂ ਉਹ ਗੁਰੂ ਕਰਨਾ, ਉਹ ਸਤਿਗੁਰੂ ਕਰਨਾ ਜਿਹਦੀ ਕੋਈ ਨਾ ਜੰਮਦਾ ਹੈ ਨਾ ਮਰਦਾ ਨਾ ਹੈ। ਕਾਰ ਗੁਰ ਪੁਰਖ ਅਜਨਮਾ, ਕਾਰ ਗੁਰ ਪੁਰਖ ਅਜਨਮਾ। ਗੁਰੂ ਰਾਮਦਾਸ ਸਾਹਿਬ ਮੇਰ ਜਾਣ ਕੇ ਅੱਗੇ ਤਰੀਕਾ ਦੱਸਦੇ ਵੀ ਉਹਨੂੰ ਕਿੱਦਾਂ ਕਰਨਾ ਹੈ। ਗੁਰਮੁਖੇ ਜਿੰਦੂ ਜਪੇ ਨਾਮ ਕਰਮਾ, ਗੁਰਮੁਖੇ ਜਿੰਦੂ ਜਪੇ ਨਾਮ ਕਰਮ। ਉਹ ਗੁਰਪੁਰਖ ਅੰਦਰ ਤੇਰੇ ਖੜਾ ਹੋ ਜਾਏਗਾ। ਕਰ ਗੁਰ ਪੁਰਖ ਅਜਨਮਾ। ਤੋ ਉਹ ਸਤਿਗੁਰੂ ਦਾ ਮੰਤਰ ਪੰਜਾਂ ਦੇ ਹਵਾਲੇ ਦਸਮ ਪਾਤਸ਼ਾਹ ਨੇ ਕਰਕੇ ਬਾਕੀ ਜੋ ਕਹਾਣੀਆਂ ਬਣਾਈਆਂ ਸਤਿਗੁਰ ਕੀ ਮਹਿਮਾ ਸਤਿਗੁਰ ਜਾਣੇ। ਪਿਆਰ ਸਤਿਕਾਰ 'ਚ ਹੋ ਜਾਂਦੀਆਂ ਨੂੰ ਦਰਗੁਦਰ ਕਰਕੇ ਸਾਰੇ ਅਸੀਂ ਸ਼ਬਦ ਦੇ ਲਿਹਾਜ਼ ਨਾਲ ਇਕੱਠੇ ਹੋਈਏ ਔਰ ਪੰਜਾਂ ਪਿਆਰਿਆਂ ਦੀ ਰੀਤ ਜੋ ਮਹਾਰਾਜ ਨੇ ਚਲਾਈ ਦਸਮ ਪਾਤਸ਼ਾਹ ਨਾਲ,
ਉਹਦੇ ਵਿੱਚ ਸਾਰਾ ਔਰ ਜੁਗ ਜੁਗ ਪੀੜ੍ਹੀ ਚੱਲੇ ਸਤਿਗੁਰ ਕੀ। ਸਤਿਗੁਰ ਪਿੱਛੇ ਵੀ ਸੀ ਔਰ ਇਸ ਸਤਿਗੁਰ ਤੋਂ ਬਗੈਰ ਰੱਬ ਨਹੀਂ ਮਿਲਣਾ। ਬਾਬਾ ਨਾਨਕ ਰੋਜ਼ ਆਸਾ ਦੀ ਵਾਰ 'ਚ ਪੜ੍ਹਦੇ ਹੋ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਪੱਪੇ ਨੂੰ ਔਂਕੜ ਆ ਉੱਥੇ। ਫੁੱਲ ਅਥਾਰਟੀ ਐ ਸਰੂਪ ਨੂੰ ਅਕਾਲ ਪੁਰਖ ਨੇ ਦੇ ਦਿੱਤੀ। ਜਾ ਕਰਨ ਕਰਾਵਣ ਸਗਲ ਵਿਦ ਸੋ ਸਤੇ ਗੁਰੂ ਹਮਾਰਾ। ਇਹ ਇਨਸਾਨ ਨਹੀਂ ਹੈ ਜਿਹਦੀ ਜਗ੍ਹਾ ਅੱਜ ਕੱਲ੍ਹ ਇਨਸਾਨ ਮੱਲ ਰਹੇ ਨੇ। ਇਸ ਕਰਕੇ ਸਤਿਗੁਰ ਬਾਝੋਂ ਗੁਰ ਨਹੀਂ ਕੋਈ। ਔਰ ਬਿਨ ਸਤਿਗੁਰ ਕਿਨੇ ਨਾ ਪਾਇਆ। ਨਾ ਬਾਬਾ ਨਾਨਕ ਕਹਿੰਦਾ ਨਾ ਪਿੱਛੇ ਪਾਇਆ ਸੀ, ਨਾ ਕੋਈ ਗਾਂਹ ਪਾਏਗਾ। ਇਹ ਸਤਿਗੁਰ ਅੰਦਰ ਆਏਗਾ ਔਰ ਉਹ ਜੋੜਨ ਹਾਰਾ ਲਿੰਕ ਹੈ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਆ ਉਹਨੂੰ ਪ੍ਰਗਟ ਕਰਨਾ ਪੈਣਾ ਤੈਨੂੰ ਨਾਮ ਨੂੰ ਆਖ ਕੇ। ਔਰ ਜਿਹੜਾ ਆਖਦਾ ਉਹਨੂੰ ਸੁਣ ਕੇ ਨਾਲ ਸ਼ਬਦ ਸੁਰ ਦੀ ਖੇਡ ਦੇ ਗਿਆ ਬਾਬਾ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਨਾ, ਕਰ ਪ੍ਰਗਟ ਆਖ ਸੁਣਾਇਆ, ਕਰ ਪ੍ਰਗਟ ਆਖ ਸੁਣਾਇਆ। ਵਾਹਿਗੁਰੂ 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 ਵਾਹਿਗੁਰੂ। ਆਓ ਪ੍ਰਗਟ ਹੋ ਜਾਏਗਾ ਅੰਦਰ। ਔਰ ਇਹ ਗੁਰੂ ਰਾਮਦਾਸ ਸਾਹਿਬ ਕਹਿ ਰਹੇ, ਕਾਰ ਗੁਰ ਪੁਰਖ ਆਜਨਮਾ, ਕਾਰ ਗੁਰ ਪੁਰਖ ਆਜਨਮਾ। ਗੁਰਮੁਖੇ ਜਿੰਦੂ ਜਪੇ ਨਾਮ ਕਰਮਾ। ਆ ਕਰਮ ਕਰ ਸਭ ਤੋਂ ਉੱਚਾ। ਗੁਰਮੁਖੇ ਜਿੰਦੂ ਜਪੇ ਨਾਮ ਕਰਮਾ। ਗੁਰਮੁਖ ਲਫ਼ਜ਼ ਲਾ ਲੈ ਐਡਾ। ਗੁਰਮੁਖੇ ਮਤਲਬ ਹੈ ਗੁਰੂ ਵਾਲਾ ਬਣ ਪਹਿਲਾਂ, ਨਿਗੁਰਾ ਨਾ ਰਹਿ। ਗੁਰਮੁਖੇ ਜਿੰਦੂ ਜਪੇ ਨਾਮ ਕਰਮਾ, ਕਰੇ ਗੁਰ ਪੁਰਖ ਆਜਨਮਾ। ਆ ਸਤਿਗੁਰੂ ਦੀ ਸਿਫਤ ਹੈ ਸ਼ਬਦ 'ਚ। ਮਹਾਰਾਜ ਗੁਰੂ ਅਰਜਨ ਦੇਵ ਜੀ ਲਿਖ ਰਹੇ ਹੈ। ਇਸ ਕਰਕੇ ਇਹ ਸਿਫਤ ਲਿਖ ਰਹੇ ਨੇ। ਔਰ ਇੱਥੋਂ ਸ਼ਬਦ ਸ਼ੁਰੂ ਹੁੰਦੇ। ਔਰ ਸ਼ਹੀਦੀ ਤਾਂ ਹੋਈ ਸੀ ਚੰਦ ਬ੍ਰਾਹਮਣੋਂ ਨੇ ਅਰਜ਼ੀ ਦੀ, ਸਾਰਿਆਂ ਬ੍ਰਾਹਮਣਾਂ ਨਾਲ ਨਹੀਂ। ਬ੍ਰਾਹਮਣ ਦੇ ਨਾਲ ਰਲ ਗਏ ਸੀ। ਗੁਰੂ ਅਮਰਦਾਸ ਸਾਹਿਬ ਦੀ ਇੰਨੀ ਸੰਗਤ ਵਧਾਈ, ਸਾਰੇ ਸਿੱਖ ਬਣਦੇ ਜਾਂਦੇ ਸੀ। ਚੰਦ ਥੋੜ੍ਹੇ ਜਿਹੇ ਸ਼ਰਾਰਤੀ ਲੋਕਾਂ ਨਾਲ ਅਰਜ਼ੀ ਦਿੱਤੀ ਔਰੰਗਜ਼ੇਬ ਨੂੰ, ਨਾ ਜਹਾਂਗੀਰ ਨੂੰ। ਚੰਦ ਔਰ ਉਹ ਅਰਜ਼ੀ ਅਸਲ ਮੈਨਿਆਂ 'ਚ ਗੰਡਾ ਸਿੰਘ ਜੀ ਹਿਸਟੋਰੀਅਨ ਹੁਣ ਤੇ ਚਲੇ ਗਏ, ਪਰ ਸਿੱਖਾਂ ਨੇ ਉਹ ਕੰਮ ਕਰ ਗਏ ਨੇ। ਉਹ ਅਰਜ਼ੀ ਜਾ ਕੇ ਬਸਤੀਆਂ 'ਚੋਂ ਲੱਭ ਝਾੜ ਕੇ ਉਹ ਅਰਜ਼ੀ ਫੜ ਲਈ ਜਿਹੜੀ ਚੰਦ ਬ੍ਰਾਹਮਣੋਂ ਨੇ ਅਰਜ਼ੀ ਦੀ, ਜਿਨ੍ਹਾਂ ਦੀ ਸ਼ਿਕਾਇਤ 'ਤੇ ਗੁਰੂ ਅਰਜਨ ਪਾਤਸ਼ਾਹ ਅਰੈਸਟ ਕੀਤੇ ਗਏ ਸੀ। ਚੰਦ ਬ੍ਰਾਹਮਣੋਂ ਨੇ ਅਰਜ਼ੀ ਦੀ ਔਰ ਸ਼ਾਹ ਔਰੰਗਜ਼ੇਬ ਦੀ ਡਾਇਰੀ ਨੋਟ ਕੀਤੀ ਜੋ ਪਰਸ਼ੀਅਨ 'ਚ ਹੁੰਦੀ ਸੀ। ਔਰੰਗਜ਼ੇਬ ਡਾਕਟਰ ਗੰਡਾ ਸਿੰਘ ਨੇ ਡਾਇਰੀ ਦੇ ਵਰਕੇ ਸਾਫ਼ ਕੀਤੇ। ਭਾਈ ਜਹਾਂਗੀਰ ਲਿਖਦਾ, ਮੈਂ ਬਹੁਤ ਸਮੇਂ ਤੋਂ ਇੱਕ ਅਰਜਨ ਨਾਮੀ ਹਿੰਦੂ ਬਿਆਸ ਦੇ ਕੰਢੇ ਤੇ ਰਹਿੰਦਾ ਹੈ ਔਰ ਉਹਦੇ ਮਗਰ ਹਿੰਦੂ ਤੇ ਲੱਗਣੇ ਹੀ ਸੀ, ਪਰ ਭੋਲੇ ਭਾਲੇ ਮੁਸਲਮਾਨਾਂ ਨੂੰ ਵੀ ਉਹ ਆਪਣੇ ਸਿੱਖ ਬਣਾਈ ਜਾਂਦਾ ਹੈ। ਔਰ ਉਹਦੇ ਸ਼ਰਈਆਂ ਸਾਥੀਆਂ ਨਾਲ ਦੁਆਲਾ ਨੇ ਕੀਤਾ ਜੀ ਇਹਨੂੰ ਖਤਮ ਕੀਤਾ ਜਾਏ। ਫਿਰ ਇਕੱਠੇ ਹੋਏ ਸਾਰੇ ਵੀ ਇਹਨੂੰ ਕਿਹੜੀ ਸਜ਼ਾ ਦਿੱਤੀ ਜਾਏ। ਸਾਰੇ ਮੁਸਲਮਾਨਾਂ ਨੂੰ ਸਲਾਹ ਦਿੱਤੀ ਸ਼ਰਈਆਂ ਨਾਲ, ਭਈ ਜੇ ਇਹਦਾ ਧਰਤੀ ਤੇ ਖੂਨ ਡੁੱਲ ਗਿਆ ਧਰਤੀ ਤਬਾਹ ਹੋ ਜੂ। ਇਹ ਉਸ ਦੀ ਗੱਦੀ ਤੇ ਆ ਬਾਬੇ ਨਾਨਕ ਦੀ ਤੇ। ਇਸ ਕਰਕੇ ਇਹ ਧਿਆਨ ਨਾਲ ਚੀਜ਼ਾਂ ਦੇਖਣ ਵਾਲੀਆਂ। ਸ਼ਹੀਦੀ ਉਹ ਜਿਹੜਾ ਚੰਦੂ ਦੇ ਘਰ ਜੀ ਉਹਨਾਂ ਦਾ ਸਾਖ ਮੋਰ ਸਿੱਟਾ ਤਾਂ ਐਡੀ ਵੱਡੀ ਸ਼ਹੀਦੀ ਹੈ। ਇਸ ਨੂੰ ਲੁਕਾਉਣ ਲਈ ਜਿਹੜੇ ਸ਼ਰਾਰਤੀ ਲੋਕ ਸੀ ਤਾਂ ਕਿ ਉਹ ਨਾ ਜ਼ਦ ਚ ਆ ਜਾਣ ਉਹਨਾਂ ਦੀ, ਨਹੀਂ ਬਲਕਿ ਉਹਨਾਂ ਨਾਂ ਹੀ ਸ਼ਹੀਦੀ ਕਰਾਈ ਹੈ। ਇਸ ਕਰਕੇ ਉਹਨਾਂ ਨੇ ਹੀ ਟੋਡਰ ਮੱਲ ਨੂੰ ਚੱਕ ਕੇ ਤੇ ਸੁਲੀ ਖਾਂ ਪਠਾਨ ਭਜਵਾਇਆ। ਉੱਥੋਂ ਬਾਅਦ ਜਦੋਂ ਉਹ ਅਰਜ਼ੀ ਗੰਡਾ ਸਿੰਘ ਨੇ ਫੜੀ ਔਰ 'ਚ ਲਿਖਿਆ ਵੀ ਇਸ ਕੋ ਯਾਸਾ ਕੀ ਸਜ਼ਾ ਦੀ ਜਾਏ। ਅਸੀਂ ਕਿਉਂ ਇਹ ਸਾਰਾ ਮਿਹਨਤ ਕਰਕੇ ਪ੍ਰਕਰਨ ਸਿੱਖ ਕੌਮ ਤੱਕ ਜੋ ਸਾਰੀ ਮਨਾ ਰਹੇ ਹਾਂ, ਅਸੀਂ ਤੱਕ ਸੱਚਾਈ ਛੱਡਣੀ ਹੈ। ਉਹ ਸ਼ਰਈਆਂ ਨੇ ਕਿਹਾ ਜੀ ਐਡੀ ਵੱਡੀ
बाबे नानक की गद्दी है, अगर इहदा खून जमीन ते डुलदा, साडी शरह हदीस है, इन्हां दियां दो किताबां, कुरान शरीफ बहुत उच्ची किताब है, हदीस आलो अगम खुदाई बंदे छोड़ ख्याल दुनिया के धंधे, गुरु अर्जन पातशाह का शब्द आउंदा, उत्थे पहला हदीस आउंदा लफ्ज, उथों वे साबत सूरत दस्तार सरा। इस करके हदीस जिहड़ी किताब है एडी खतरनाक, इन्हां दी शरह एडी सख्त सी। वो कहंदे महाराज ये आलम पातशाह इन्हां दा खून नहीं डोलना चाहिए। वो कहंदे जी फिर किस तरह इन्हां नूं मारिया जाए? कहंदे इन्हां नूं रोस्ट कर दिता जाए, तत्ती तवी दे उत्तों गर्म राह पा के, गर्मियां दे दिन होण, तत्ती तवी ते इन्हां नूं बिठा लिया जाए और तू रेता सुट्टी जाए तत्ती, ताकि इन्हां दे खून ना डुलेगा तो इन्हां दी जिंद खत्म हो जाएगी। ओ आलमगीर बादशाह हमेशा ही जहांगीर अपना हैडकुआटर गर्मियां का आम खास बाग सरहंद च रखता सी, उत्थों बाद शालामार बाग चले जाता सी। शालामार तो बाग उत्थों लाहौरों दीवान चंदू, क्योंकि खत्तरी दीवान होंदे सी, मुसलमान ते लड़न भिड़ते होंदे सी, इन्हां नूं अकल नहीं थी इन्ना हिसाब साम लिए फौजां दा, वो हिंदू रखे होंदे सी। इस करके दीवान जिहड़ा सी चंदू ਉਹਨੂੰ हुक्म किया भी इस बंदे नूं यासा की सजा दे, अपने मुसलमानों नूं कहा और उन्होंने गिरफ्तार करो हुणे जाके। और आप ऑर्डर दे के ते कश्मीर चला गया और पिछों फिरे अरेस्ट करने वाले गुरु महाराज को आ गए। गुरु महाराज देखो हुण भाणा मनना तो उधर तो मैं हर हर करिया, उन्होंने जवाब नहीं दिता, भाणा वरतना सी, चुप करके तुर पे नाल। और जिदा मुलजमान ले जाते हैं जाके रावी दे बरेते च पहला केसां तो फड़ के कुटिया गया। मैं झूठियां गल्लां नहीं कह रहा, मैं तो ज्ञानी करतार सिंह दी जिहड़ा फकीर साडा मिनिस्टर सी, ज्ञानी करतार सिंह, सारे असी FC कॉलेज वो पढ़दा सी, मैं शिक्षण कॉलेज लाहौर, असी असल खोज की जाके भी लभीए ये गिरफ्तारी जी हुई है वो कोई निशान या किस तरह, ये तो मार कच्चियां लस्सियां बना रहे, पीरे सब कुछ, और कह रहे जी गुरु महाराज चंदू का साख मोड़ दिता सी, चंदू का आया तो गुरु महाराज की संगत ने कहा जी ये साख नहीं लेना, थानू तो मोरी की इट बनाता, ये आप चवारे की इट बनया, जड़ा साख करने वाला उन्होंने संगत ना आ जिदा चशमदीद गवाह होंगे है भी संगत उस वेले आ होया। इस करके असी हौली हौली पढ़ते चक रहे हैं, झूठियां कहानियां नहीं जाना। असल जो लिखती प्रूफ है भी यासा की सजा दी गई, और उस वेले फिर हुण फोटो बना लिया भी ये चंदू की जी नूह सी या कौन सी, वो गड़वा दुद्ध पढ़ के ते महाराज को खड़ी है तत्तियां तवियां ते बैठे हो। जिस वेले इंटैरोगेशन सेंटर च पुलिस तरफाउंदी है और उस मुलजमान कहते उत्थे लागे शागे ते मकान खाली हो जाते जी, साथों नहीं इत्थे रह हुंदा, इन्ना कुटते इन्ना उनको बकाउंदे आ। और असी ये शहादत असी डिटेल च लिया रहे हैं भी सिख कौम जागे, ये चंदू दे साख करके नहीं, वो कहानियां लुकाउण लई बनाई और सारे उस सरकार दे पिट्ठू सी। इस करके महाराज नूं गिरफ्तार करके उसके बाद तत्ती तवी ते बिठाल के उसे कौन देखने वाला सी, कौन छडाउण वाला सी। इसका मियाँ मीर आया जी, वो कहते महाराज मैथों चलिया नहीं जाता, कहो तो मैं दिल्ली ते लाहौर का तख्ता पढ़ा छटा, तुसीं उस वेले देख के आदर सी कहानी लिखण लगे। इस करके इहनां नहीं जाना जो एक्चुअल जी चीज़ हुई है और रिकॉर्ड च मिल रही है, इस वेले बाहर आ रही है। मैं अज दा नहीं ये चीज़ कह रहा, मैं सिक्खना लाहौर पढ़दा सी उदों जिन्हां ने शब्दार्थ लिखिया, और सारे प्रोफैसर उससे नौजवान उस वेले आन के उन्होंने पहली बारी उत्थे ऐलान किया भी गुरु अर्जन पातशाह की शहीदी चंद ब्राह्मणों ने अर्जी दी, और वो यासा की सजा भी जिस खून ना डुले उन्होंने पुनिया। दूसरी शहादत मैं दिना अज, जिस वेले उहदा दम ना लिखड़े, क्योंकि बाणी चाहुंदा चौथे पद में जन की जिंद, बाणी महाराज ने रोस्ट कर दिता, पुन सिटिया। अजकल के दिहाड़े तत्ती पहला ही रेता भी ताई करछियां ना पा रहे, उत्थे तो कोई खंभ नहीं मार सकता। जिदा तुसीं दिखा रहे हो मियाँ मीर की है जी, वो बीबी ना दुध लिया जी, महाराज आ मियाँ मैनों झल नहीं हुंदा, मैं भाणा लाओ लाहौर ते, वो कहंदे भाई तेरी ये ताकत कित्थों आई। कहानी च लिखदे जी मियाँ मीर कहंदा जी एक दिन मैं तुहाडे कोल गुरु घर च जा रहा सी, तुसीं संतरा चूप के एक फाड़ी पिछे सुट्टी सी, मैं वो चूप ली, मेरे कपाट खुल गए। देखो, और मैं उस दिन तो मेरे को ताकत समझ नहीं आती,
ਤੇ ਫਿਰ ਲਿਖਿਆ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਜਿਹਨੇ ਸਾਰਾ ਸੰਤਰਾ ਖਾਧਾ ਉਹਦਾ ਕੀ ਹਾਲ ਹੋਊ। ਇਹ ਸਾਰੀਆਂ ਪਿਆਰ ਸਤਿਕਾਰ ਜੋ ਇਹਨਾਂ ਦੇ ਮਿੱਟੀ ਪਾਓ। ਆਹ ਨਵਾਂ ਇਤਿਹਾਸ ਆਪਣਾ ਬਾਣੀ ਦੇ ਹਿਸਾਬ ਨਾਲ ਲਿਖਿਆ। ਮਹਾਰਾਜ ਇਤਿਹਾਸ ਅਸਾ ਸੀ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨ ਸੈ ਨਾ ਹਮ ਕੜਿਆ। ਐਡੀ ਉੱਚੀ ਸਪਿਰਿਚੁਅਲ ਸਟੇਜ ਸੀ ਗੁਰੂ ਮਹਾਰਾਜ ਕੋਲ। ਉਹਨਾਂ ਨਾਲ ਭਾਣਾ ਮੰਨਿਆ ਉਸ ਵੇਲੇ। ਜਿੰਦ ਫਿਰ ਬਣਾ ਨਿਕਲੀ। ਸਭ ਤੋਂ ਵੱਡਾ ਪ੍ਰੂਫ ਹੈ ਰਤਨ ਸਿੰਘ ਭੰਗੂ ਜੀ ਦਾ ਪੰਥ ਪ੍ਰਕਾਸ਼। ਉਹ 'ਚ ਲਿਖਦਾ ਕੀ ਅਰਜਨ ਰਾਵੀ ਨਾ ਬੋੜਿਓ। ਵੀ ਇਹਨਾਂ ਗੁਰੂ ਘਰ ਦੇ ਵੈਰੀਆਂ ਨੇ ਕੀ ਅਰਜਨ ਨੂੰ ਰਾਵੀ 'ਚ ਨਹੀਂ ਰੋੜਿਆ। ਬੋੜਿਓ ਕਹਿੰਦੇ ਰਾਵੀ 'ਚ ਰੋੜਿਆ। ਕੀ ਅਰਜਨ ਰਾਵੀ ਨਾ ਬੋੜਿਓ। ਉਹ ਐਸਾ ਸੱਚਾ ਇਤਿਹਾਸ ਜਿਹਨੂੰ ਕਰਮ ਸਿੰਘ ਕਹਿੰਦਾ ਮੈਂ ਇਹਨਾਂ ਦੇ ਹੱਥ ਚੁੰਮ ਲਿਆ ਐਸੇ ਤੇ ਪੰਥ ਪ੍ਰਕਾਸ਼ ਦੇ ਲਿਖਣ ਵਾਲੇ ਬੰਦੇ ਦੇ। ਉਹਨੇ ਅਸਲ ਗੱਲ ਕਹੀ ਵੀ ਜਿੰਦ ਫਿਰ ਬਣਾ ਨਿਕਲੀ। ਫਿਰ ਹੁਕਮ ਹੋਇਆ ਵੀ ਇਹਨੂੰ ਪਾਣੀ ਦੇ ਰਾਵੀ 'ਚ ਰੋੜ ਸਿੱਟੋ। ਪਤਾ ਨਹੀਂ ਕਿੱਥੇ ਲੋਥ ਕੀ ਹੋਇਆ। ਐਡਾ ਐਡਾ ਸਾਡਾ ਗੁਰੂ। ਔਰ ਸਾਰੀਆਂ ਕਹਾਣੀਆਂ ਨਾਲ ਲੁਕੋ ਲੁਕੋ ਕੇ ਸਾਡਾ ਸਾਰੀਆਂ ਚਿੱਠ ਆਵੇ ਨਾ ਦੇ ਸ਼ਬਦਾਂ ਲਾਈਏ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨ ਸੈ। ਮੈਂ ਨਹੀਂ ਕੱਢਦਾ ਸਾਰੀ ਉਮਰ ਦਾ ਕਾੜਾ ਕੀ ਹੈ। ਮਹਾਰਾਜ ਦੀ ਬਾਣੀ 'ਚ ਕਹਿੰਦਾ ਚਲਾਂਗੇ ਉਠ ਨਾਮ ਜਪ ਤੜਕੇ ਦਾ ਝੁੱਟਣਾ ਮਿਸ ਕਰ। ਚਾਲਾਂਗੇ ਤੜਕੇ ਉੱਠ ਕੇ ਇੱਕ ਝੁੱਟ ਲਾ ਸਾਰੀ ਦਿਹਾੜੀ ਜਿਹੜਾ ਤੂੰ ਕੱਢਦਾ ਰਹਿਣਾ ਉਹ ਮੁੱਕ ਜਾਏਗਾ। ਚਾਲਾਂਗੇ ਉਠੇ ਨਾਮ ਜਪ ਨਿਸਵਾਸਰ ਆਰਾਧ ਕਾਰਾ ਤੁਝੇ ਨਾ ਵਿਆਪੇ ਨਾਨਕ ਮਿਟੇ ਉਪਾਦ। ਉਹ ਜਿਹੜੇ ਤੈਨੂੰ ਭੈੜੇ ਸੁਪਨੇ ਸਵੇਰ ਵੇਲੇ ਆਉਂਦੇ ਆ ਉਹ ਉੱਥੋਂ ਬਾਅਦ ਤੇਰਾ ਸਾਰਾ ਦਿਨ ਦਾ ਕੜਿਆ ਸ਼ਬਦ ਸਰਟੀਫਾਈ ਕਰਦਾ। ਪਰ ਤਾਂ ਕੌਣ ਲਾਉਂਦਾ ਉੱਠ ਕੇ ਨਾਮ ਦੇ ਝੁੱਟ। ਨਾਮ ਨੂੰ ਤੇ ਦੁਨੀਆ ਭੁੱਲੀ ਜਾਂਦੀ। ਇਸ ਕਰਕੇ ਅਸੀਂ ਉਹ ਚੀਜ਼ ਲਿਆ ਰਹੇ ਹਾਂ ਵੀ ਸਿੱਖੋ ਆਪਣੇ ਸ਼ਬਦ ਸਾਂਭੋ। ਕਦੀ ਪੰਜਾਬ 'ਚ ਆਵਾਜ਼ ਉੱਠੀ ਸੀ ਜੱਟਾ ਪਗੜੀ ਸੰਭਾਲ ਜੱਟਾ ਪਗੜੀ ਤੇਰਾ ਲੁੱਟ ਲਿਆ ਮਾਲ ਹੋਏ। ਹੁਣ ਆਵਾਜ਼ ਉੱਠੇਗੀ ਸਿੰਘਾਂ 'ਚ ਸ਼ਬਦ ਸੰਭਾਲ ਸਿੰਘਾ ਤੇਰਾ ਲੁੱਟ ਲਿਆ ਮਾਲ ਹੋਏ। ਇਹ ਸ਼ਬਦ ਨੂੰ ਸਾਰੀਆਂ ਅਨਹਦ ਸ਼ਬਦ ਵੱਜਦਾ ਜੀ ਆਹ ਕਰਦੇ ਜੀ। ਔਰ ਇਨਸਾਨ ਸਤਿਗੁਰੂ ਬਣੇ ਬੈਠੇ ਹੈ। ਅਸੀਂ ਪਿਆਰ ਨਾਲ ਸਾਰਿਆਂ ਨੂੰ ਨਾਲ ਰਲਾਉਣਾ ਹੋ ਜਾਂਦਾ ਹੈ। ਲੇਕਿਨ ਇਹ ਕਦੀ ਨਹੀਂ ਇਹ ਗਿਰਸਤ ਮਾਰਗ ਹੈ ਕਿਰਤੀਆਂ ਦਾ ਮਾਰਗ ਹੈ। ਸਾਨੂੰ ਕੋਈ ਛਾਤੀ ਤੇ ਹੱਥ ਮਾਰ ਕੇ ਸੰਤ ਵੱਡੇ ਤੋਂ ਵੱਡਾ ਦੱਸਦਾ ਹੈ ਵੀ ਉਹ ਕਿਰਤ ਦੀ ਰੋਟੀ ਖਾਂਦੇ ਆ। ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਨਾਨਕ ਅੱਗੇ 100 ਮਿਲੇ ਜੇ ਖੱਟੇ ਘਾਲੇ ਦੇ। ਮਾਰਗ ਸਾਡਾ ਸਾਰਾ ਕਿਰਤੀਆਂ ਦਾ ਤੇ ਗ੍ਰਸਤੀਆਂ ਦਾ ਹੋਏ। ਔਰ ਸਾਡਾ ਕੰਮ ਸਾਰ ਰਹੇ ਨੇ ਜਿਹੜੇ ਕਿ ਆਪ ਗ੍ਰਸਤ ਨਹੀਂ ਹੈ। ਔਰ ਆਪ ਕਦੀ ਉਹਨਾਂ ਨੂੰ ਸਾਡੀ ਫੈਮਿਲੀ ਪ੍ਰੋਬਲਮ ਦਾ ਕੀ ਪਤਾ ਵੀ ਸਾਡੇ ਘਰਾਂ 'ਚ ਦੁੱਖ ਹੈ ਕੀ ਸਾਨੂੰ ਆ। ਤੁਸੀਂ ਤੁਹਾਡੀ ਫੈਮਿਲੀ ਹੋਵੇ ਤਾਂ ਤੁਹਾਨੂੰ ਪਤਾ ਲੱਗੇ। ਇਸ ਕਰਕੇ ਸਾਡਾ ਮਾਰਗ ਕੀ ਹੈ ਸਾਡਾ ਰਾਜ ਯੋਗ ਹੈ। ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਹੈ ਵਿੱਚੇ ਹੋਵੇ ਮੁਕਤ। ਪਰ ਤੈਨੂੰ ਇੱਕ ਕੰਮ ਕਰਨਾ ਪੈਣਾ ਉਹ ਸਤਿਗੁਰ ਭੇਟ ਜਿਹਦੀ ਦੇਹ ਨਹੀਂ ਹੈ। ਨਾਨਕ ਸਤਿਗੁਰ ਭੇਟ ਹੈ। ਔਰ ਤੂੰ ਆਪਣੇ ਅੰਦਰ ਭੇਟ ਇਹਨੂੰ ਜਿਨ ਭੇਟਿਆ ਮੇਰਾ ਪੂਰਾ ਸਤੇ ਗੁਰੂ। ਸੱਤੇ ਜਿਹੜਾ ਸਦੀ ਹੋਂਦ ਹੈ ਆ ਸਾਰੇ ਬਾਕੀ ਮਰ ਜਾਣ ਵਾਲੇ ਹੈ। ਜਿਨਾ ਭੇਟਿਆ ਮੇਰਾ ਪੂਰਾ ਸਤੇ ਗੁਰੂ ਪੂਰਾ ਸਤੇ ਗੁਰੂ। ਦਿਨ ਹਰ ਨਾਮ ਦਿਲਾਵੇ ਰਾਮ ਰਾਜੇ। ਔਰ ਨਾਮ ਵੀ ਬੜਾ ਸੌਖਾ ਜਪਣਾ ਮੁਸ਼ਕਲ ਨਹੀਂ ਹੈ। ਸਾਰੇ ਐਕਸ਼ਨ ਕੋਈ ਨਹੀਂ ਛੱਡਣੀ ਆਪਣੀ ਕਿਰਤ ਕਰਨੀ ਔਰ ਸਭ ਕੁਝ ਕਰਨਾ। ਔਰ ਕੋਈ ਰੋਟੀ ਛਾਟੀ ਨਹੀਂ ਛੱਡਣੀ ਸਾਰੇ ਕੰਮ ਕਰਨੇ ਆ ਮਹਾਰਾਜ ਨੇ ਲਿਖਿਆ। ਔਰ ਹੱਸਣਾ ਖੇਡਣਾ ਸਭ ਤੋਂ ਪਹਿਲਾਂ ਲਿਆਂਦਾ। ਹੱਸੰਦਿਆਂ
खेलंदे पहनंदे खावंदे है विचे होवे मुक्त। महाराज दी बाणी कहंदी डड्डा डेरा ये नहीं, ਅਸੀਂ ਪਿਆਰ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਸਾਰਿਆਂ ਦਾ ਮਾਣ ਕਰਦੇ ਹਾਂ, ਸਭ ਰਲਣਗੇ ਸਾਡੇ ਨਾਲ। ਪਰ ਕੋਈ ਛਾਤੀ ਤੇ ਹੱਥ ਮਾਰ ਕੇ ਕਹਿ ਦੇਵੇ ਕਿ ਗੁਰੂ ਨਾਨਕ ਦਾ ਹੁਕਮ ਕੋਈ ਕਮਾਉਂਦਾ, ਕੋਈ ਕਿਰਤ ਕਰਕੇ ਖਾਂਦਾ, ਕਾਲ ਖਾਏ ਕਿ ਚੱਥੋਂ ਦੇ ਬਾਬੇ ਨੇ ਐਵੇਂ ਨਹੀਂ ਲਿਖਿਆ। ਇਹ ਕਿਰਤੀ ਮਾਰ ਗਏ ਕਿਉਂ? ਉਠੰਦਿਆਂ ਬਹੰਦਿਆਂ ਸਵੰਦਿਆਂ हे विचे होवे मुक्त। ਤੁਸੀਂ ਤੇ ਡੇਰਿਆਂ ਦਾ ਪੌੜੇ ਮਕਾਤਾ ਵੀ ਰੋਟੀਆਂ ਵੀ ਬਾਹਰ ਪੱਕੀਆਂ ਪਕਾਈਆਂ ਆ ਜਾਣ। ਅਟੈਕ ਨਹੀਂ ਕਰਦੇ ਅਸੀਂ ਇੱਜ਼ਤ ਕਰਦੇ ਹਾਂ ਨਾਮ ਜਪਣ ਵਾਲਿਆਂ ਦੀ। ਠੀਕ ਹੈ ਨਾਮ ਜਪ ਦਿਓ, ਪਰ ਤੁਸੀਂ ਰਾਹ ਤੇ ਦੇਖ ਲਓ ਵੀ ਕਿਹੜੇ ਤੇ ਤੁਸੀਂ ਗ੍ਰਸਤੀਆਂ ਨੂੰ ਲਾ ਰਹੇ। ਮਹਾਰਾਜ ਤੇ ਕਹਿੰਦਾ ਕੱਟੀਏ ਤੇਰਾ आहंगरो तू गुर प्रसादे कार राज जोग है। कटिए तेरा आहंगरो तू गुर प्रसादे कार राज जोग। राज जो की है